ਬੇਅਦਬੀ ਦੇ ਮੁਲਜ਼ਮ ਦੇ ਪਰਿਵਾਰ ਦੇ ਨਾ ਪਹੁੰਚਣ ਕਰਕੇ ਅਜੇ ਤੱਕ ਨਹੀਂ ਕੀਤਾ ਗਿਆ ਸੰਸਕਾਰ। ਪੁਲਿਸ ਪ੍ਰਸ਼ਾਸਨ ਕਰ ਰਿਹਾ ਪਰਿਵਾਰ ਦੀ ਉਡੀਕ। 72 ਘੰਟੇ ਦੇ ਲਈ ਪਟਿਆਲਾ ਦੇ ਹਸਪਤਾਲ ਦੀ ਮੋਰਚਰੀ ਦੇ ਵਿੱਚ ਰੱਖੀ ਗਈ ਲਾਸ਼। ਬੇਅਦਬੀ ਦੇ ਮੁਲਜ਼ਮ ਦੀ ਅਚਾਨਕ ਮੌਤ ਤੇ ਬੀਜੇਪੀ ਆਗੂ ਆਰਪੀ ਸਿੰਘ ਨੇ ਚੁੱਕੇ ਸਵਾਲ। ਕਿਹਾ ਕਿ ਇਹ ਕੁਦਰਤੀ ਮੌਤ ਹੈ ਜਾਂ ਫਿਰ ਅਸਲ ਦੋਸ਼ੀਆਂ ਨੂੰ ਬਚਾਉਣ ਦੇ ਲਈ ਕੀਤਾ ਗਿਆ ਕਤਲ। ਅੱਜ ਕੀਰਤਪੁਰ ਸਾਹਿਬ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਜਾ ਰਹੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ। ਸੁਖਬੀਰ ਬਾਦਲ ਪਰਿਵਾਰ ਸਮੇਤ ਪਹੁੰਚ ਰਹੇ ਕੀਰਤਪੁਰ ਸਾਹਿਬ। ਕੱਲ ਪਿੰਡ ਦੇ ਵਿੱਚ ਹੋਵੇਗੀ ਸਰਦਾਰ ਬਾਦਲ ਦੀ ਅੰਤਿਮ ਅਰਦਾਸ। ਹਰਿਆਣਾ ਦੇ ਬਹਾਦਰਗੜ੍ਹ ਦੇ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ਤੇ ਦਿੱਲੀ ਪੁਲਿਸ ਦੀ ਰੇਡ। ਕੁਖਿਆਤ ਗੈਂਗਸਟਰ ਨੰਦੂ ਅਤੇ ਸਾਥੀਆਂ ਦੇ ਟਿਕਾਣੇ ਖੰਗਾਲ ਰਹੀ ਪੁਲਿਸ। ਵਿਦੇਸ਼ ਤੋਂ ਹਰਿਆਣਾ ਦੇ ਵਿੱਚ ਗੈਂਗ ਆਪਰੇਟ ਕਰ ਰਿਹਾ ਹੈ ਨੰਦੂ। ਲੁਧਿਆਣਾ ਕੋਰਟ ਨੇ ਦਲਜੀਤ ਦੋਸਾਂਝ ਦੀ ਦੂਜੀ ਫਿਲਮ ਜੋੜੀ ਦੀ ਰਿਲੀਜ਼ ਤੇ ਵੀ ਲਾਈ ਰੋਕ। ਚਮਕੀਲਾ ਫਿਲਮ ਤੇ ਲੱਗ ਚੁੱਕੀ ਹੈ ਸਟੇ। ਦਿਲਜੀਤ, ਪਰਿਣੀਤੀ ਅਤੇ ਚਮਕੀਲਾ ਦੀ ਪਤਨੀ ਨੂੰ ਅੱਜ ਕੀਤਾ ਗਿਆ ਹੈ ਤਲਬ। ਦ ਸਿੱਖ ਗਰੁੱਪ ਦੇ ਵੱਲੋਂ ਦੁਨੀਆ ਦੇ 100 ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ ਸੂਚੀ ਜਾਰੀ। ਹਜੂਰ ਸਾਹਿਬ ਦੇ ਜਥੇਦਾਰ ਕੁਲਵੰਤ ਸਿੰਘ ਪਹਿਲੇ ਨੰਬਰ ਤੇ, ਗਿਆਨੀ ਹਰਪ੍ਰੀਤ ਸਿੰਘ ਦੂਜੇ ਨੰਬਰ ਤੇ। ਟੌਪ 5 ਦੇ ਵਿੱਚ ਸੀਐਮ ਭਗਵੰਤ ਮਾਨ ਦਾ ਨਾਂ ਵੀ। ਸੁਖਬੀਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲੀ ਥਾਂ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਕੱਲ ਆਉਣਗੇ ਭਾਰਤ। ਗੋਆ ਦੇ ਵਿੱਚ ਐਸਸੀਓ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਵਿੱਚ ਹੋਣਗੇ ਸ਼ਾਮਿਲ। 9 ਸਾਲਾਂ ਦੇ ਵਿੱਚ ਪਹਿਲੀ ਵਾਰ ਭਾਰਤ ਦੌਰੇ ਤੇ ਆ ਰਿਹਾ ਪਾਕਿਸਤਾਨ ਦਾ ਕੋਈ ਮੰਤਰੀ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਦੇ ਇੱਕ ਵੱਡੀ ਖਬਰ ਤੋਂ। ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਵੱਡੀ ਖਬਰ ਹੈ। ਬਲਵੰਤ ਸਿੰਘ ਰਾਜਵਾਨਾ ਨੂੰ ਰਾਹਤ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਫੈਸਲਾ ਲੈਣ ਦੇ ਲਈ ਕਿਹਾ ਹੈ। ਰਹਿਮ ਦੀ ਪਟੀਸ਼ਨ ਤੇ ਜਲਦ ਫੈਸਲਾ ਲਏ ਜਾਣ ਦੀ ਮੰਗ ਕੀਤੀ ਗਈ ਸੀ। ਜਿਸ ਤੇ ਕੱਲ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀ, ਤਾਂ ਅੱਜ ਰਹਿਮ ਦੀ ਪਟੀਸ਼ਨ ਤੇ ਜਲਦ ਫੈਸਲਾ ਲਏ ਜਾਣ ਦੀ ਮੰਗ ਤੇ ਕੇਂਦਰ ਨੂੰ ਕਿਹਾ ਗਿਆ ਹੈ। 10 ਸਾਲ ਤੋਂ ਕੇਂਦਰ ਦੇ ਕੋਲ ਅਰਜ਼ੀ ਜੋ ਹੈ ਉਹ ਪੈਂਡਿੰਗ ਹੈ, ਤਾਂ ਕੇਂਦਰ ਸਰਕਾਰ ਦੇ ਕੋਲ ਵਿਚਾਰ ਅਧੀਨ ਹੈ ਅਰਜ਼ੀ। 10 ਸਾਲ ਤੋਂ ਕੇਂਦਰ ਦੇ ਕੋਲ ਇਹ ਅਰਜ਼ੀ ਪੈਂਡਿੰਗ ਹੈ। ਕਰੀਬ 27 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ ਰਾਜਵਾਨਾ। ਤਾਂ ਹੁਣ ਗ੍ਰਹਿ ਮੰਤਰਾਲੇ ਨੂੰ ਕਿਹਾ ਗਿਆ ਹੈ, ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਫੈਸਲਾ ਲੈਣ ਦੇ ਲਈ ਕਿਹਾ ਹੈ। ਤਾਂ ਦੱਸ ਦਈਏ ਕਿ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਦੀ ਰਹਿਮ ਦੀ ਪਟੀਸ਼ਨ ਜਿਹੜੀ ਹੈ 2012 ਦੇ ਵਿੱਚ ਦਾਖਲ ਕੀਤੀ ਗਈ ਸੀ। ਹਾਲਾਂਕਿ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਔਰ 2010 ਦੇ ਵਿੱਚ ਜੋ ਹੈ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਸੀ। ਸੋ ਰਾਜਵਾਨਾ ਨੂੰ ਪੰਜਾਬ ਦੀ ਹੇਠਲੀ ਅਦਾਲਤ ਨੇ 2007 ਦੇ ਵਿੱਚ ਸਜ਼ਾ ਸੁਣਾਈ ਸੀ ਫਾਂਸੀ ਦੀ। ਤਾਂ 2012 ਦੇ ਵਿੱਚ ਇਹ ਮੰਗ ਕੀਤੀ ਗਈ ਅਰਜ਼ੀ ਜੋ ਹੈ ਰਹਿਮ ਦੀ ਦਾਖਲ ਕੀਤੀ गई। सुशील पांडे मेरे सहयोगी फोन लाइन पे दिल्ली तो ने। सुशील, क्या कुछ जानकारी है? आज इंतजार किया जा रहा था क्या कुछ सुप्रीम कोर्ट फैसला सुनाएगा, लेकिन गृह मंत्रालय को फैसला लेने को कहा है। जी देखिए, बलवंत सिंह राजवाना को फिलहाल सुप्रीम कोर्ट से राहत नहीं मिली है। हालांकि उनकी जो दया याचिका फिलहाल अभी पेंडिंग है, उस दया याचिका पर केंद्र सरकार को जल्द फैसला लेने के लिए सुप्रीम कोर्ट ने आदेश दिया है। हालांकि उनकी तरफ से जो पहले सुनवाई चल रही थी, उस सुनवाई में ये कहा गया कि लंबे समय से दया याचिका केंद्र सरकार के पास पेंडिंग है और ऐसे में वो फिलहाल जेल में है। हालांकि इस समय बलवंत सिंह राजवाना की जो उम्र है वो लगभग 57 और 58 साल है। लिहाजा लंबे समय से दया याचिका पर कोई फैसला न लेने की वजह से जो उनके मौलिक अधिकार है उसका वायलेशन हो रहा है। लिहाजा जब तक दया याचिका पर कोई फैसला नहीं लिया जाता है केंद्र सरकार की तरफ से, तब तक उन्हें पेरोल पर छोड़ा जाए। इसी बीच केंद्र सरकार की तरफ से सुप्रीम कोर्ट में एक हलफनामा दाखिल किया गया था और ये कहा गया था कि जिस तरह आईबी इंटेल उनको मिला है, ऐसे में अगर बलवंत सिंह राजवाना को छोड़ने को लेकर केंद्र सरकार कोई फैसला लेती है तो देश में माहौल बिगड़ सकता है। चूंकि बॉर्डर स्टेट पंजाब है, लिहाजा कानून व्यवस्था पंजाब ही की नहीं बल्कि पूरे देश में कानून व्यवस्था बिगड़ सकती है। बहरहाल इन तमाम दलीलों को सुनने के बाद सुप्रीम कोर्ट ने अपना फैसला सुरक्षित रख लिया था। आज फिलहाल सुप्रीम कोर्ट का जो बड़ा फैसला है, उस फैसले से कहीं न कहीं बलवंत सिंह राजवाना को एक बड़ा झटका लगा हुआ है। हालांकि केंद्र सरकार को सुप्रीम कोर्ट ने यह जरूर कहा है कि उनकी दया याचिका पर जल्द से जल्द फैसला ले, लेकिन जिस उम्मीद से बलवंत सिंह राजवाना सुप्रीम कोर्ट पहुंचे थे, वो उम्मीद फिलहाल उनकी सुप्रीम कोर्ट से पूरी नहीं हुई।
जी ठीक है, बहुत बहुत शुक्रिया सुशील तमाम जानकारी के लिए। ਤਾਂ ਇਹ ਰਾਜਵਾਨਾ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ, ਯਾਨੀ ਕਿ ਫਿਰ ਤੋਂ ਜਿਹੜੀ ਗੇਂਦ ਹੈ ਉਹ ਮੁੜ ਤੋਂ ਕੇਂਦਰ ਦੇ ਪਾਲੇ ਦੇ ਵਿੱਚ ਹੈ। ਸਾਲ 2012 ਤੋਂ ਰਹਿਮ ਦੀ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਹੋਈ ਹੈ। ਐਸਜੀਪੀਸੀ ਨੇ ਇਹ ਰਹਿਮ ਦੀ ਪਟੀਸ਼ਨ ਦਾਖਲ ਕੀਤੀ ਸੀ ਕਿਉਂਕਿ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਗਈ ਸੀ ਤਾਂ ਉਸ ਤੋਂ ਬਾਅਦ ਸਿੱਧੇ ਤੌਰ ਤੇ ਐਸਜੀਪੀਸੀ ਹੱਕ ਦੇ ਵਿੱਚ ਆਈ ਸੀ ਤਾਂ ਮੌਤ ਦੀ ਸਜ਼ਾ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਪਿਛਲੇ 27 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ ਬਲਵੰਤ ਸਿੰਘ ਰਾਜਵਾਨਾ। ਤਾਂ 10 ਸਾਲ ਤੋਂ ਕੇਂਦਰ ਦੇ ਕੋਲ ਅਰਜ਼ੀ ਪੈਂਡਿੰਗ ਹੈ, ਉਹਨਾਂ ਦੇ ਕੋਲ ਅਰਜ਼ੀ ਪੈਂਡਿੰਗ ਹੈ। ਰਹਿਮ ਦੀ ਜਿਹੜੀ ਹੈ ਉਹ ਅਪੀਲ ਕੀਤੀ ਜਾ ਰਹੀ ਹੈ। ਕਰੀਬ 27 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ ਰਾਜਵਾਨਾ ਔਰ ਹੁਣ ਫੈਸਲਾ ਜਦੋਂ ਆਇਆ ਹੈ ਤਾਂ ਕੇਂਦਰ ਨੂੰ ਕਿਹਾ ਗਿਆ, ਗ੍ਰਹਿ ਮੰਤਰਾਲੇ ਨੂੰ ਫੈਸਲਾ ਲੈਣ ਦੇ ਲਈ ਕਿਹਾ ਹੈ। ਤਾਂ ਇਹ ਵੀ ਜ਼ਿਕਰਯੋਗ ਹੈ ਗੁਰੂ ਨਾਨਕ ਦੇਵ ਜੀ ਦਾ ਜਦੋਂ 550ਵਾਂ ਪ੍ਰਕਾਸ਼ ਦਿਹਾੜਾ ਸੀ ਤਾਂ ਉਸ ਵੇਲੇ ਵੀ ਕੇਂਦਰ ਦੇ ਵੱਲੋਂ ਜੋ ਅਨਾਉਂਸ ਕੀਤਾ ਗਿਆ ਸੀ, ਐਲਾਨ ਕੀਤਾ ਗਿਆ ਸੀ, ਉਸ ਲਿਸਟ ਦੇ ਵਿੱਚ ਜਿਨ੍ਹਾਂ ਦਾ ਨਾਂ ਸੀ ਤਾਂ ਉਸ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਵੀ ਸ਼ਾਮਲ ਸੀ। ਤਾਂ ਅਹਿਮ ਹੈ ਕਿ ਹੁਣ 10 ਸਾਲ ਤੋਂ ਕੇਂਦਰ ਦੇ ਕੋਲ ਜਿਹੜੀ ਅਰਜ਼ੀ ਪੈਂਡਿੰਗ ਹੈ ਉਸ ਦਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਰੁਖ ਕੀਤਾ ਗਿਆ, ਰਹਿਮ ਦੀ ਅਪੀਲ ਕੀਤੀ ਗਈ ਤਾਂ ਹੁਣ ਫਿਰ ਤੋਂ ਕੇਂਦਰ ਦੇ ਕੋਲ ਇਹ ਜੋ ਹੈ ਉਹ ਗੇਂਦ ਆ ਚੁੱਕੀ ਹੈ, ਯਾਨੀ ਕਿ ਫਿਰ ਤੋਂ ਕੇਂਦਰ ਦੇ ਪਾਲੇ ਦੇ ਵਿੱਚ ਗੇਂਦ ਹੈ। ਤਾਂ ਸਿੱਧੇ ਤੌਰ ਤੇ ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਫੈਸਲਾ ਲੈਣ ਦੇ ਲਈ ਕਿਹਾ ਹੈ। ਤਾਂ ਬਲਵੰਤ ਸਿੰਘ ਰਾਜਵਾਨਾ ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਨੇ, 27 ਸਾਲਾਂ ਤੋਂ ਜੇਲ੍ਹ 'ਚ ਬੰਦ ਨੇ ਔਰ ਹੁਣ ਸਾਲ 2012 ਤੋਂ ਜਿਹੜੀ ਪੈਂਡਿੰਗ ਹੈ ਰਹਿਮ ਦੀ ਪਟੀਸ਼ਨ ਤਾਂ ਉਸ ਤੇ ਇੱਕ ਕਿਸਮ ਦੇ ਨਾਲ ਜੋ ਫੈਸਲਾ ਆਇਆ ਹੈ ਇੱਕ ਵੱਡਾ ਝਟਕਾ ਉਹਨਾਂ ਦੇ ਪਰਿਵਾਰ ਨੂੰ ਔਰ ਖੁਦ ਰਾਜਵਾਨਾ ਨੂੰ ਲੱਗਿਆ ਹੈ। ਅੱਗੇ ਵਧਾਂਗੇ, ਪਠਾਨਕੋਟ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ ਆਰਮੀ ਏਰੀਆ ਦੇ ਸਾਰੇ ਸਕੂਲ ਬੰਦ ਕੀਤੇ ਗਏ ਨੇ। ਸਕੂਲ ਬੰਦ ਕਰਵਾ ਕੇ ਸਰਚ ਆਪਰੇਸ਼ਨ ਚਲਾ ਰਹੀ ਹੈ ਆਰਮੀ। 2-3 ਸ਼ੱਕੀ ਦੇਖੇ ਜਾਣ ਦੇ ਇਨਪੁਟ ਤੋਂ ਬਾਅਦ ਹਾਈ ਅਲਰਟ ਕੀਤਾ ਗਿਆ ਹੈ। ਤਾਂ ਇਹ ਵੱਡੀ ਖਬਰ ਹੈ ਪਠਾਨਕੋਟ ਤੋਂ ਲੈ ਕੇ JNK ਤੱਕ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਸ਼ੱਕੀ ਦੇਖੇ ਗਏ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਜਾ ਰਹੀ ਹੈ। ਸਕੂਲ ਬੰਦ ਕਰਵਾ ਕੇ ਸਰਚ ਆਪਰੇਸ਼ਨ ਆਰਮੀ ਚਲਾ ਰਹੀ ਹੈ। ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ, ਯਾਨੀ ਕਿ ਭਾਲ ਕੀਤੀ ਜਾ ਰਹੀ ਹੈ। ਜਿਹੜੇ ਸ਼ੱਕੀ ਨਜ਼ਰ ਆਏ ਨੇ ਤਾਂ ਕਿਤੇ ਨਾ ਕਿਤੇ ਬੇਹੱਦ ਸੰਵੇਦਨਸ਼ੀਲ ਮੁੱਦਾ ਹੋ ਜਾਂਦਾ ਹੈ। ਇਸ ਕਿਸਮ ਦੇ ਨਾਲ ਜਦੋਂ ਸ਼ੱਕੀ ਨਜ਼ਰ ਆਉਣ ਤਾਂ ਖਤਰਾ ਜਿਹੜਾ ਹੈ ਪਹਿਲ ਦੇ ਆਧਾਰ ਤੇ ਹੁੰਦਾ, ਜਿਸ ਦੇ ਚੱਲਦੇ ਆਰਮੀ ਦੇ ਵੱਲੋਂ ਡਿਸੀਜਨ ਲਿਆ ਗਿਆ ਹੈ। ਪਠਾਨਕੋਟ ਆਰਮੀ ਏਰੀਆ ਦੇ ਜਿਹੜੇ ਸਾਰੇ ਸਕੂਲ ਨੇ ਉਹ ਬੰਦ ਕਰਾ ਦਿੱਤੇ ਗਏ ਨੇ। ਪਠਾਨਕੋਟ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਅਲਰਟ ਜੋ ਹੈ ਜਾਰੀ ਕੀਤਾ ਗਿਆ। ਸਕੂਲ ਬੰਦ ਕਰਵਾ ਕੇ ਸਰਚ ਆਪਰੇਸ਼ਨ ਚਲਾ ਰਹੀ ਆਰਮੀ। 2-3 ਸ਼ੱਕੀ ਵੇਖੇ ਗਏ ਤੇ ਜਿਸ ਦੇ ਚੱਲਦੇ ਇਨਪੁਟ ਤੋਂ ਬਾਅਦ ਹਾਈ ਅਲਰਟ ਕੀਤਾ ਗਿਆ ਹੈ, ਯਾਨੀ ਕਿ ਪੂਰਨ ਤੌਰ ਤੇ ਇਹ ਜੋ ਹੈ ਅਲਰਟਨੈਸ ਹੈ ਇਸ ਵੇਲੇ ਔਰ ਆਪਣੇ ਪੱਧਰ ਤੇ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਤਾਂ ਪਠਾਨਕੋਟ ਆਰਮੀ ਏਰੀਆ ਦੇ ਸਾਰੇ ਸਕੂਲ ਬੰਦ ਕੀਤੇ ਗਏ ਨੇ ਕਿਉਂਕਿ ਸੁਰੱਖਿਆ ਦੇ ਆਧਾਰ ਤੇ ਜੋ ਫੌਰੀ ਤੌਰ ਤੇ ਫੈਸਲਾ ਲੈਣਾ ਹੁੰਦਾ ਹੈ ਉਹ ਲਿਆ ਗਿਆ ਹੈ। 2-3 ਸ਼ੱਕੀ ਵੇਖੇ ਗਏ ਨੇ, ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚਾਉਣ ਉਸ ਨੂੰ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਜਾ ਰਿਹਾ, ਹਰ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਸੈਂਸਿਟਿਵ ਏਰੀਆ ਹੈ ਬਿਲਕੁਲ ਜੰਮੂ ਕਸ਼ਮੀਰ ਦਾ ਜੇਕਰ ਜ਼ਿਕਰ ਕੀਤਾ ਜਾਵੇ, ਖਾਸ ਤੌਰ ਤੇ ਜੇਕਰ ਕਸ਼ਮੀਰ ਸ਼੍ਰੀਨਗਰ ਤਾਂ ਇਹ ਇਲਾਕੇ ਜਿਹੜੇ ਨੇ ਸੁਭਾਵਿਕ ਤੌਰ ਤੇ ਅਜਿਹੀਆਂ ਖਬਰਾਂ ਆਏ ਦਿਨ ਆਉਂਦੀਆਂ ਨੇ। ਸੁਖਜਿੰਦਰ ਕੁਮਾਰ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਸੁਖਜਿੰਦਰ, ਕੀ ਕੁਝ ਪੂਰੀ ਜਾਣਕਾਰੀ ਹੈ ਪਠਾਨਕੋਟ ਤੋਂ ਲੈ ਕੇ JNK ਤੱਕ ਅਲਰਟ ਜਾਰੀ ਕੀਤਾ ਗਿਆ ਹੈ? ਜੀ ਬਿਲਕੁਲ, ਸਾਨੂੰ ਪਹਿਲਾਂ ਮੈਂ ਇੱਕ ਚੀਜ਼ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ ਕਿ ਸੰਦਿਗਧ ਜਿਹੜੇ ਆ ਉਹ ਅੱਜ ਨਹੀਂ ਵੇਖੇ ਗਏ, ਉਹ 29 ਤੇ 30 ਤਰੀਕ ਦੀ ਰਾਤ ਨੂੰ ਵੇਖੇ ਗਏ ਸੀਗੇ। ਦੂਸਰੀ ਗੱਲ, JNK ਦੇ ਵਿੱਚ ਜਿਹੜੀ ਸਥਿਤੀ ਤਣਾਅਪੂਰਨ ਬਣੀ ਹੋਈ ਆ, ਉੱਥੇ ਜਿਹੜੇ ਨੇ ਸੰਦਿਗਧ ਗਤੀਵਿਧੀਆਂ ਦੇ ਚੱਲਦੇ ਆਰਮੀ ਵੱਲੋਂ ਜਿਹੜੇ ਨੇ ਉੱਥੇ ਦੇ ਸਕੂਲ ਜਿਹੜੇ ਰਿਹਾਇਸ਼ੀ ਏਰੀਆ ਦੇ ਸਕੂਲ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਇਹਤਿਆਤ। ਔਰ ਉਸੇ ਇਹਤਿਆਤ ਦੇ ਚੱਲਦੇ ਅੱਜ ਪਠਾਨਕੋਟ ਦੇ ਵਿੱਚ ਵੀ ਜਿਹੜਾ ਨਾ ਆਰਮੀ ਵੱਲੋਂ ਆਪਣੇ ਜਿਹੜੇ ਸਕੂਲ ਨੇ ਉਹ ਬੰਦ ਕਰਵਾਏ ਗਏ ਨੇ ਔਰ ਇਸ ਦੀ ਜਿਹੜੀ ਪੁਸ਼ਟੀ ਆ ਉਹ DO ਸਿੱਖਿਆ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਆ। ਔਰ ਸਾਨੂੰ ਬੜੀ ਇੱਥੇ ਗੱਲ ਇੱਕ ਸਾਹਮਣੇ ਆ ਰਹੀ ਆ ਕਿ ਸਕੂਲ ਬੰਦ ਹੋਣ ਤੋਂ ਬਾਅਦ ਫਿਰ ਇੱਕ ਵਾਰ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਇਹ ਜਿਹੜੇ ਸ਼ੱਕੀ ਦੇਖੇ ਗਏ ਸੀਗੇ 29-30 ਦੀ ਤਰੀਕ ਦੀ ਰਾਤ ਨੂੰ ਵੇਖੇ ਗਏ ਸੀਗੇ, ਹੁਣ ਬਿਲਕੁਲ ਨਹੀਂ ਵੇਖੇ ਗਏ। ਇਹ ਪੁਰਾਣੀ ਗੱਲ ਆ। ਉਹ ਤੇ ਹੁਣ ਜਿਹੜਾ ਇਸ ਵੇਲੇ ਪੁਲਿਸ ਵੱਲੋਂ ਇਹਤਿਆਤਨ ਆਪਣੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਜੀ ਠੀਕ ਹੈ, ਸ਼ੁਕਰੀਆ ਤਮਾਮ ਜਾਣਕਾਰੀ ਲਈ, ਧੰਨਵਾਦ ਹੈ ਸੁਖਜਿੰਦਰ। ਤਾਂ ਇਹ ਸ਼ੱਕੀ 29-30 ਦੀ ਰਾਤ ਨੂੰ ਵੇਖੇ ਗਏ ਨੇ ਪਰ ਹੁਣ ਸਿੱਧੇ ਤੌਰ ਤੇ ਕਾਰਵਾਈ ਕੀਤੀ ਜਾ ਰਹੀ। ਸੁਭਾਵਿਕ ਤੌਰ ਤੇ ਜ਼ਿਆਦਾ ਸਮਾਂ ਵੀ ਨਹੀਂ ਹੋਇਆ, 2-3 ਦਿਨ ਹੋਏ ਨੇ ਸ਼ੱਕੀ ਜਿਹੜੇ ਵੇਖੇ ਗਏ ਤਾਂ ਉਸ ਤੋਂ ਬਾਅਦ ਆਪਣੇ ਤੌਰ ਤੇ ਜੋ ਲੱਗਦਾ ਹੈ ਪੁਲਿਸ ਨੂੰ, ਆਰਮੀ ਨੂੰ, ਉਸੇ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਂਦੀ ਹੈ। ਤਾਂ ਹੁਣ ਸਕੂਲ ਜਿਹੜੇ ਨੇ, ਆਰਮੀ ਸਕੂਲ ਜਿਹੜੇ ਨੇ ਉਹ ਬੰਦ ਕਰਵਾ ਦਿੱਤੇ ਗਏ ਨੇ ਔਰ ਪਠਾਨਕੋਟ ਤੋਂ ਲੈ ਕੇ JNK ਤੱਕ ਅਲਰਟ ਜਾਰੀ ਕੀਤਾ ਗਿਆ ਹੈ। ਤਾਂ
ट्वीट किया गया। पठानकोट दे विच अलर्ट है। पंजाब पुलिस ने ट्वीट किया। पंजाब पुलिस ने ट्वीट करके कहा है कि हालात कंट्रोल दे विच ने अते लिखिया है पठानकोट दे विच स्थिति शांतिपूर्ण अते काबू हेठ है। कोई भी माड़ी गतिविधि देखी नहीं गई है। फौज के अधिकारियों के वालों एक अंदरूनी सावधानी सेना अभ्यास चल रहा है। असीं हर किसी नूं सोशल मीडिया प्लेटफॉर्म ते साझा करन तो पहला खबरां दी पुष्टि करन दा सुझाव दिंदे हां, यानी कि किसी भी तरह की कोई अफवाह ना फैलाई जाए। ये अपील की जा रही है, हर पद्धर से अपील कर रही है इस वेले पंजाब पुलिस, ताकि किसी तरह की कोई अफवाह ना फैले और दहशत दे विच ना आउण लोग, उसनूं लैके ट्वीट किया गया है। अगे वधांगे। कश्मीर तो वड्डी खबर है। कश्मीर के कुपवाड़ा दे विच एनकाउंटर होया। सुरक्षा बलों ते आतवादियों के विचाले मुठभेड़ हुई है। सेना ने 2 आतवादी ढेर कीते ने। सेना का सर्च ऑपरेशन चल रहा है। इस वेले दी वड्डी खबर, कश्मीर के कुपवाड़ा दे विच एनकाउंटर होया है। दहशतगर्द ढेर कीते गए ने। सुरक्षा बलों अते आतवादियों के विचाले मुठभेड़ हुई है। सो दस दईए कि उत्थे सर्च ऑपरेशन किया जा रहा है इस वेले, और सेना ने 2 आतवादी ढेर कर दिते ने। ਤਾਂ सेना का सर्च ऑपरेशन जारी है, यानी कि होर भी ਜਿਹੜੇ अतवादी उत्थे लुके हुए हो सकते हैं। इस तरह की स्थिति जिहड़ी है वो आंदी है समय समय, और अजिहियां खबरां मंदभागियां खबरां उत्थों आंदियां ने जदों इस किस्म दे नाल हालात बनते हैं। तस्वीरां जिहड़ियां ने काफ़ी ज़्यादा परेशान करन वालियां हुंदियां ने। तां फिलहाल कश्मीर तो कश्मीर के कुपवाड़ा दे विच एनकाउंटर होया। सुरक्षा बलों ते अतवादियों के विचाले मुठभेड़ हुई है। सेना ने हालांकि 2 अतवादी ढेर कीते ने। इत्थे ये गनीमत है कि अजे सेना के पासों कोई अजिही खबर नहीं है, तो 2 अतवादियों के ढेर होने की जरूर खबर है। सेना का सर्च ऑपरेशन चल रहा है। अपने पद्धर से कार्रवाई सेना के वालों की जा रही है। तो कश्मीर का कुपवाड़ा है, और कश्मीर का जेकर जिक्र किया जाए तो आए दिन अजिहियां खबरां ने, और पिछले दिन ही काफ़ी अजिहियां घटनावां वापरियां जदों IED ब्लास्ट अतवादियों के वालों किए गए हैं। उधर जंतर मंतर पहुंचे ने ओलंपिक एसोसिएशन प्रधान PT ऊषा, और धरने ते बैठे रैसलर्स दे नाल मुलाकात कर रहे ने। पहलवानां दे नाल गलबात कर रहे ने PT ऊषा। कुछ दिन पहला प्रदर्शन नूं उन्होंने अनुशासनहीनता दस्सिया सी। WFI प्रधान ब्रजभूषण की गिरफ्तारी की मंग ते रैसलर प्रदर्शनकारी अड़े हुए ने, और पिछले दिनों प्रियंका गांधी, इस तो इलावा दीपेंद्र हुड्डा, होर कई बड़े लीडर, नवजोत सिद्धू मिल के आए ने रैसलर्स नूं जाके, और उन्होंने धरने दे विच जाके समर्थन दिता गया है। तो हुण PT ऊषा पहुंचे ने। PT ऊषा दे वालों एक किस्म दे नाल गलबात की जा रही है। हालांकि पिछले दिनों दे विच उन्हां दा बयान आया सी, जदों पत्रकारां ने पूछा, जदों मीडिया ने उन्हां नूं सवाल किया प्रदर्शन दे लई, तो फिर उन्होंने कहा सी किस्म की अनुशासनहीनता है, इस किस्म के नाल धरने ते नहीं बहना चाहिए। गलबात हो रही है, मसला हल करने की कोशिश है। तो यह सब बयान उन्होंने दिता सी, पर अज खुद वो धरने ते पहुंचे ने। दस दईए कि रैसलर्स धरने ते बैठे हुए ने, और गिरफ्तारी की मंग है। WFI प्रधान ब्रजभूषण के खिलाफ मोर्चा खोलिया हुआ है प्रदर्शनकारियों ने, और मंग की जा रही कि गिरफ्तारी की जाए। हालांकि लगातार वड्डे पद्धर के जिहड़े मंत्री ने उन्हां दा भी बयान आता है। खास तौर पर अनुराग ठाकुर उन्होंने भी पिछले दिन जिक्र किया कि उन्होंने 12 घंटे तक गलबात की है, और कमेटी एक बनाई गई है, तो उसका इंतजार होना चाहिए है। कार्रवाई जी है उस पद्धर से की जा रही है, पर रैसलर्स लगातार धरने ते बैठे ने, और PT ऊषा पहुंचे ने। सब तो अहम है, PT ऊषा ने पिछले दिनों के बयान दिता सी, और उन्होंने कहा सी कि अनुशासनहीनता है जेकर इस किस्म के नाल धरने ते बैठे हुए ने रैसलर, खास तौर पर महिला रैसलर्स, क्योंकि मंग जिहड़ी है वो ये है कि गिरफ्तारी होनी चाहिए है ब्रजभूषण की। हालांकि ब्रजभूषण अपनी सफाई पेश कर चुके ने। काफ़ी बयान उन्होंने पिछले दिनों के आए ने, और उन्होंने ये कहा है कि वो बिल्कुल साफ पाक ने, अपराधी के तौर पर इस्तीफा नहीं देंगे। तस्वीरें दिखा रहे हैं, सीधियां तस्वीरें ने जंतर मंतर तो सीधियां तस्वीरें ने। PT ऊषा पहुंचे ने, ओलंपिक एसोसिएशन प्रधान ने PT ऊषा जो धरने ते बैठे रैसलर्स के नाल मुलाकात करने लिए पहुंचे ने। आपने आपको नहीं बुलाया, आप जाओ। चलो उधर से गई राजा, उधर 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 राजा। तस्वीरें ने PT ऊषा पहुंचे ने। मेरे साथियों एक बार
आप खिलाड़ियों के पास आए थे, आपने क्या कहा पहलवानों को? क्या पहलवानों की बात से आपकी क्या बातचीत हुई है? सरकार देरी कर रही है न्याय करने में, आप क्या कोई संदेश लेकर आई है यहाँ पे? आपकी क्या बातचीत देरी की है आने में? आपकी क्या बातचीत हुई? नहीं मिलता, हम यहाँ से हिलने वाले नहीं हैं। वो उनका कार्य में लगे। आप कहा, आपसे लोकतंत्र से बड़ी सरकार कोई नहीं होती, जनता से बड़ी कोई सरकार। ਤਸਵੀਰਾਂ ਦਿਖਾ ਰਹੇ ਹਾਂ ਪੀਟੀ ਊਸ਼ਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੀਡੀਆ ਨੇ ਔਰ ਬਹੁਤ ਸਾਰੇ ਸਵਾਲ ਕੀਤੇ। ਇਹੀ ਪੁੱਛਿਆ ਗਿਆ ਕਿ ਤੁਸੀਂ ਕੀ ਗੱਲਬਾਤ ਕੀਤੀ ਹੈ ਧਰਨੇ ਤੇ ਬੈਠੇ ਜਿਹੜੇ ਰੈਸਲਰਸ ਨੇ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਬਿਨਾਂ ਜਵਾਬ ਦੇ ਜਾ ਚੁੱਕੇ ਨੇ ਪੀਟੀ ਊਸ਼ਾ। ਧਰਨੇ ਤੇ ਪਹੁੰਚੇ ਸਾਨੇ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ। एक पासे दी तस्वीर है, दस दईए कि पिछले दिनों के एक बयान उन्होंने दिता सी और उस ते जो है इतराज भी जाहिर किया सी धरनाकारियों ने, प्रदर्शनकारी ने, उन्होंने कहा सी रैसलर्स ने गलबात करने की कोशिश की गई। तो कोई जवाब नहीं दिता है। आखिर तक कोशिश की है मीडिया ने गलबात करने की। मैम मैम विजुअल विजुअल उधर विजुअल नहीं। और मैं इस मंच से ये कहूंगा, अंबाला या यमुनानगर डिस्ट्रिक्ट को इस धरने से जो भी जैसा भी किसी तरह का भी कुछ भी आदेश होगा हम पूरा करेंगे। जैसा भी आदेश होगा हम पूरा करेंगे। और बात कहूंगा, मेरी गौर करना मेरी बात पर थोड़ा सा। सीधी तस्वीरें दिखा रहे हैं धरनाकारी रेसलर्स बैठे हुए ने, उन्होंने नाल मिलन पर बिना बोले चले गए, गलबात नहीं की है। मीडिया ने आखिर तक सवाल किए ने। लेकिन अब तो समर्थन में आई है, वो समर्थन में आई, पहले क्यों नहीं उल्टा क्यों बोला ये बताओ? हमारे आपकी बेटी और हमारी एक दो है क्या? दो है क्या? हम ये बोल रहे हैं आपकी बेटी हमारी बेटी, इस देश की बेटी हमारी बेटियां हैं, इस देश की बेटी हमारी बेटियां हैं और जो जहाँ भी पकाएगा वहाँ जाने के लिए तैयार। इन्होंने उनका समर्थन क्यों नहीं किया उसमें फंस देते है। ये चीज गलत है, उनकी भी अंतरात्मा बोलती है। विरोध हो रहा है, पीटी ਊਸ਼ਾ ਦਾ ਵਿਰੋਧ ਹੋਇਆ ਹੈ ਇੱਕ ਕਿਸਮ ਦਾ ਔਰ ਉਹਨਾਂ ਨੇ ਜਦੋਂ ਗੱਲਬਾਤ ਵੀ ਨਹੀਂ ਕੀਤੀ ਹੈ ਤਾਂ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਅਜਿਹੀ ਸਟੇਟਮੈਂਟ क्यों ਦਿੱਤੀ है। रवि मिश्रा मेरे सहयोगी फोन लाइन पे ने दिल्ली तो। रवि, क्या कुछ जानकारी है, क्या कुछ हुआ जब पीटी ਊਸ਼ਾ पहुंचे? हालांकि ये तस्वीरें बता रही हैं कि कुछ विरोध हुआ है उनका जो उन्होंने पिछले दिनों में स्टेटमेंट दी थी। बिल्कुल, देखिए साफ तौर पर आज 11वां दिन है जो पहलवान दिल्ली के जंतर मंतर पर प्रदर्शन करते हुए दिखाई दे रहे हैं। और बात करें पीटी ਊਸ਼ਾ की तो हाल में ही उन्होंने ट्वीट कर तमाम पहलवानों को कुछ दिन पहले एक हिदायत दी थी कि पहलवानों को एक मर्यादा में रहना चाहिए और उस डिसिप्लिन को नहीं तोड़ना चाहिए, क्योंकि जिस तरीके से पहलवान लगातार प्रोटेस्ट कर रहे हैं अपनी मांग को लेकर, तो कहीं ना कहीं इस पर लगातार प्रतिक्रिया आ रही थी। इंडियन ओलंपिक एसोसिएशन की वो अध्यक्ष हैं पीटी ਊਸ਼ਾ और लगातार उनके इस ट्वीट पर पहलवान काफी नाराज दिखाई दिए। मगर आज पीटी ਊਸ਼ਾ खुद जंतर मंतर पहुंचती हैं और उन्होंने पहलवानों से बातचीत करने की भी कोशिश करी, मगर यहाँ पर जो समर्थक पहलवान हो गए ये जंतर मंतर पे बैठे हुए हैं। ओलंपिक के अंदर गोल्ड मेडल है, ये कौन लाएगा? सुभाष चंद्र बोस ने दूसरे विश्व युद्ध के अंदर इतिहास लड़ा, इन सूबेदार बलवान सिंह आर्मी से रिटायर हुए और हमारा धरना ये रहा यहाँ पर, हम भी इसी वजह से बैठे हैं। अब हमारी आवाज भी नहीं जा रही, हमारे
पीटी उषा ने दिल्ली सरकार ने आप पार्टी किसी प्रकार से कोई भी प्रतिक्रिया वो देते हुए यहाँ पर नजर नहीं आई। उन्होंने खिलाड़ियों से मुलाकात की और उसके बाद वो जंतर मंतर से रवाना हो गई। जी ठीक है, बहुत बहुत शुक्रिया तमाम जानकारी के लिए रवि। ਤਾਂ ਜੰਤਰ ਮੰਤਰ ਪਹੁੰਚੇ ਪੀਟੀ ਊਸ਼ਾ ਔਰ ਉਹਨਾਂ ਦਾ ਵਿਰੋਧ ਹੋਇਆ ਹੈ। ਹਾਲਾਂਕਿ ਕੁਝ ਗੱਲਬਾਤ ਕੀਤੀ ਹੈ ਉਹਨਾਂ ਨੇ ਖਿਡਾਰੀਆਂ ਦੇ ਨਾਲ। ਥੋੜੀ ਦੇਰ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਖਿਡਾਰੀ ਔਰ ਇਹ ਜਾਣਕਾਰੀ ਦੇਣਗੇ ਕਿ ਕੁਝ ਗੱਲਬਾਤ ਹੋਈ ਹੈ। ਔਰ 11ਵਾਂ ਦਿਨ ਹੈ ਅੱਜ ਧਰਨੇ ਦਾ ਜੰਤਰ ਮੰਤਰ ਤੇ ਲਗਾਤਾਰ ਖਿਡਾਰੀ ਬੈਠੇ ਹੋਏ ਨੇ। ਪਹਿਲਵਾਨ ਜੋ ਪ੍ਰਦਰਸ਼ਨਕਾਰੀ ਨੇ ਉਹ ਬੈਠੇ ਹੋਏ ਨੇ। ਖਾਸ ਤੌਰ ਤੇ ਮਹਿਲਾਵਾਂ ਦਾ ਜ਼ਿਕਰ ਕੀਤਾ ਜਾਏ ਕਿਉਂਕਿ ਮਸਲਾ ਵੱਡਾ ਹੈ। ਔਰ WFI ਪ੍ਰਧਾਨ ਬ੍ਰਜਭੂਸ਼ਣ ਤੇ ਇਲਜ਼ਾਮ ਲੱਗੇ ਨੇ, ਗੰਭੀਰ ਇਲਜ਼ਾਮ ਨੇ और इस दे चलते गिरफ्तारी की मांग की जा रही है। हालांकि सुप्रीम कोर्ट के ऑर्डर्स तो बाद 2 FIR ਜਿਹੜੀਆਂ ਨੇ ਉਹ ਦਰਜ ਹੋਈਆਂ ਨੇ ਬ੍ਰਜਭੂਸ਼ਣ ਦੇ ਖਿਲਾਫ, ਪਰ ਉਸ ਨੂੰ ਲੈ ਕੇ ਵੀ ਸਵਾਲ ਉੱਠੇ ਸਨ ਕਿ ਇਹ ਨਹੀਂ ਦੱਸਿਆ ਗਿਆ ਕਿਹੜੀਆਂ ਧਾਰਾਵਾਂ ਲਗਾਈਆਂ ਗਈਆਂ। ਤਾਂ ਹੁਣ ਪੀਟੀ ਊਸ਼ਾ ਪਹੁੰਚੇ ਔਰ ਉਹਨਾਂ ਦਾ ਇੱਕ ਕਿਸਮ ਦੇ ਨਾਲ ਵਿਰੋਧ ਵੀ ਹੋਇਆ ਹੈ। ਜਿਹੜੇ ਸਮਰਥਕ ਸਨ ਉਹ ਕਹਿ ਰਹੇ ਸਨ ਪਿਛਲੇ ਦਿਨਾਂ 'ਚ ਜੋ ਸਟੇਟਮੈਂਟ ਆਈ ਹੈ ਅਨੁਸ਼ਾਸਨਹੀਨਤਾ ਜ਼ਿਕਰ ਕੀਤਾ ਜਾਂ ਫਿਰ ਅਨੁਸ਼ਾਸਨ 'ਚ ਰਹਿਣ ਦੀ ਗੱਲ ਕੀਤੀ ਗਈ, ਉਸ ਦਾ ਉਹਨਾਂ ਨੇ ਵਿਰੋਧ ਕੀਤਾ ਹੈ ਕਿਉਂਕਿ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ ਰੈਸਲਰਸ। ਤਾਂ ਜਿਸ ਦਾ ਵਿਰੋਧ ਵੀ ਹੋਇਆ ਔਰ ਖੈਰ ਗੱਲਬਾਤ ਵੀ ਹੋਈ ਹੈ। ਕੁਝ ਜੋ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ, ਪਰ ਥੋੜੀ ਦੇਰ ਦੇ ਵਿੱਚ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜਾਏਗਾ ਕਿ ਕੁਝ ਗੱਲਬਾਤ ਹੋਈ ਹੈ। ਮਸਲਾ ਵੱਡਾ ਹੈ। ਹਾਲਾਂਕਿ ਖੇਡ ਮੰਤਰੀ ਤੱਕ ਇਸ ਦੀ ਪੂਰੀ ਜਾਣਕਾਰੀ ਉਹ ਵੀ ਰਾਬਤਾ ਕਰ ਚੁੱਕੇ ਨੇ। ਤਾਂ ਇਹ ਤਸਵੀਰਾਂ ਇਸ ਮੌਕੇ ਦੀ।